ਨਾਨਕ ਸਿੰਘ ਦੀ ਕਹਾਣੀ ਲੰਮਾ ਪੈਂਡਾ ਦਾ ਅਖੀਰਲਾ ਹਿੱਸਾ। ਦੂਜੇ ਦਿਨ ਜਦੋਂ ਸਕੂਲੇ ਜਾਣ ਲੱਗਾ ਤਾਂ ਮੈਂ ਉਹਨੂੰ ਆਖਿਆ, ਪੁੱਤ ਹੁਣ 1-2 ਦਿਨਾਂ ਲਈ ਕੀ ਕਰੇਂਗਾ ਸਕੂਲੇ ਜਾ ਕੇ? ਉਹ ਹੱਸ ਕੇ ਬੋਲਿਆ, ਬਾਪੂ ਜੀ ਪੜ੍ਹਾਈ ਦਾ ਕਾਹਦੇ ਲਈ ਹਰਜ ਕਰਨਾ ਹੈ। ਬਸਤਾ ਲੈ ਕੇ ਉਹ ਤੁਰ ਪਿਆ। ਮੈਂ ਦਲੀਜਾਂ 'ਚ ਖਲੋ ਕੇ ਉਹਨੂੰ ਵੇਖਣ ਲੱਗਾ। ਥੋੜ੍ਹੇ ਕਦਮ ਜਾ ਕੇ ਉਹਨੇ 1-2 ਵੇਰਾਂ ਪਿਛਾਂਹ ਮੁੜ ਕੇ ਤੱਕਿਆ ਤੇ ਫਿਰ ਚੋਖੀ ਦੂਰ ਤੋੜੀ ਮੈਨੂੰ ਉਹਦੀ ਪਿੱਠ ਦਿਸਦੀ ਰਹੀ। ਜ਼ਰਾ ਕੁ ਠਹਿਰ ਕੇ ਫਿਰ ਠੰਡਾ ਸਾਹ ਭਰ ਕੇ ਬੁੱਢਾ ਬੋਲਿਆ, ਬਸ ਇਹੋ ਮੇਰੇ ਘੁੱਗੀ ਦਾ ਛੇਕੜਲਾ ਦਰਸ਼ਨ ਸੀ। ਮੁੜ ਕੇ ਉਹ ਦਿਨ ਜਾ ਤੇ ਇਹ ਦਿਨ ਆ, ਮੈਂ ਉਹਦੇ ਸੋਹਣੇ ਮੁਖੜੇ ਨੂੰ ਨਹੀਂ ਡਿੱਠਾ। ਹੈਂ? ਮੈਂ ਤਰਬਕ ਕੇ ਪੁੱਛਿਆ, ਬਾਬਾ ਫਿਰ ਉਹਨੂੰ ਕੀ ਹੋਇਆ? ਪਰ ਜਦ ਮੈਂ ਧਿਆਨ ਨਾਲ ਬੁੱਢੇ ਵੱਲ ਤੱਕਿਆ, ਉਸ 'ਚ ਬੋਲਣ ਚਾਲਣ ਦੀ ਹਿੰਮਤ ਨਹੀਂ ਸੀ। ਰੋਣ ਦੀ ਤਾਂ ਅੱਗੇ ਹੀ ਨਹੀਂ ਸੀ। ਉਹਦਾ ਸਾਹ ਧੌਂਕਣੀ ਵਾਂਗ ਚੱਲ ਰਿਹਾ ਸੀ ਤੇ ਸਾਹ 'ਚ ਰਲੀ ਹੋਈ ਹਾਏ ਹਾਏ ਦੀ ਨਿੰਮੀ ਨਿੰਮੀ ਆਵਾਜ਼ ਇਸ ਤਰ੍ਹਾਂ ਆ ਰਹੀ ਸੀ ਜਿਸ ਤਰ੍ਹਾਂ ਕੱਪੜੇ ਛੱਟਦਿਆਂ ਹੋਇਆਂ ਧੋਬੀ ਦੇ ਮੂੰਹ ਨਿਕਲਦੀ ਹੈ। ਮੈਨੂੰ ਫਿਕਰ ਜਿਹਾ ਪੈ ਗਿਆ, ਪਰ ਉਹ ਝੱਟ ਹੀ ਸੰਭਲ ਗਿਆ। ਪਰ ਮੇਰਾ ਫਿਕਰ ਦੂਰ ਕਰਨ ਲਈ, ਨਹੀਂ ਹੌਸਲਾ ਰੱਖ ਭਾਊ, ਇਹ ਜਿੰਦ ਏਡੀ ਛੇਤੀ ਨਿਕਲਣ ਵਾਲੀ ਨਹੀਂ। ਖਬਰੇ ਕਿਹੜੇ ਖੂੰਜੇ ਅੜੀ ਹੋਈ ਏ। ਮੈਂ ਫਿਰ ਪੁੱਛਿਆ, ਬਾਬਾ ਜੀ ਫਿਰ ਮੁੰਡੇ ਦਾ ਕੋਈ ਪਤਾ ਨਾ ਲੱਗਾ? ਮੁੜ ਕੇ ਨਾ ਆਇਆ। 1-2 ਖੰਗੂਰੇ ਲੈ ਕੇ ਸ਼ੁਦਾਈਆਂ ਵਾਂਗ ਸਿਰ ਮਾਰਦਾ ਹੋਇਆ ਬੋਲਿਆ ਆਉਣਾ ਕਿੱਥੋਂ ਸੀ, ਪਤਾ ਕਿੱਥੋਂ ਲੱਗਣਾ ਸੀ। ਖਾ ਲਿਆ ਜ਼ਾਲਮਾਂ ਨੇ, ਮੇਰਾ ਕਲੇਜਾ ਕੱਢ ਕੇ ਖਾ ਲਿਆ। ਸਕੂਲੋਂ ਆਉਂਦੇ ਨੂੰ ਜਾਂ ਖਬਰੇ ਜਾਂਦੇ ਨੂੰ ਚੀਲ ਵਾਂਗ ਚਪਟਾ ਲਿਆ। ਬੁੱਢਾ ਗੱਲਾਂ ਕਰੀ ਜਾਂਦਾ ਸੀ ਤੇ ਨਾਲੋਂ ਨਾਲ ਉਸ ਦੰਦ ਵਾਲੀ ਪੋਟਲੀ ਨੂੰ ਫਿਰ ਖੋਲ੍ਹੀ ਜਾਂਦਾ ਸੀ। ਦੰਦ ਨੂੰ ਕੱਢ ਕੇ ਵੇਖਣ ਲੱਗਾ। ਘੜੀ ਮੁੜੀ ਅੱਖਾਂ ਮਲ ਰਿਹਾ ਸੀ। ਸ਼ਾਇਦ ਗਲੇਡੂ ਆ ਜਾਣ ਕਰਕੇ ਉਹਨੂੰ ਸਾਫ਼ ਨਹੀਂ ਸੀ ਦਿਸਦਾ। ਮੈਂ ਫਿਰ ਪੁੱਛਿਆ, ਬਾਬਾ ਜੀ ਇਹ ਦੰਦ ਉਸੇ ਦਾ ਹੈ? ਉਹਨੇ ਹਾਂ 'ਚ ਸਿਰ ਹਿਲਾਉਂਦਿਆਂ ਕਿਹਾ, ਉਸੇ ਦਾ ਹੈ। ਦੁੱਧ ਦੀਆਂ ਦੰਦੀਆਂ 'ਚੋਂ ਇਹ ਉਹਦੀ ਪਹਿਲੀ ਪੁੱਟੀ ਹੋਈ ਸੀ। ਖੇਡਦਾ ਆਇਆ ਕਿ ਵੇਖੋ ਬਾਪੂ ਜੀ ਮੇਰਾ ਦੰਦ ਪੁੱਟਿਆ ਗਿਆ। ਡਾਢੀ ਚਿੱਟੀ ਚੰਬੇ ਦੀ ਕਲੀ ਵਰਗੀ ਮਹੀਨ ਤੇ ਤਿੱਖੀ। ਮੈਂ ਸਹਿਜ ਨਾਲ ਲੈ ਕੇ ਕੁੱਜੀ 'ਚ ਸੁੱਟ ਛੱਡੀ। ਕੀ ਪਤਾ ਸੀ ਮੇਰੇ ਘੁੱਗੀ ਦੀ ਇਹੋ ਨਿਸ਼ਾਨੀ ਰਹਿ ਜਾਏਗੀ। ਮੈਂ ਜਦੋਂ ਵੇਖਿਆ ਕਿ ਬੁੱਢੇ ਦਾ ਬੋਲਣਾ ਹੁਣ ਖਤਰੇ ਤੋਂ ਖਾਲੀ ਨਹੀਂ ਤਾਂ ਉਹਨੂੰ ਮੰਜੇ 'ਤੇ ਲਿਟਾ ਕੇ ਉੱਤੇ ਕੰਬਲ ਦੇ ਦਿੱਤਾ। ਰਾਤ ਪੈ ਚੁੱਕੀ ਸੀ। ਮੈਂ ਰੋਟੀ ਪਕਾਈ। ਬੁੱਢੇ ਦੇ ਨਾਂਹ ਨੁੱਕਰ ਕਰਦਿਆਂ ਵੀ ਮੈਂ ਥੋੜ੍ਹੀ ਬਹੁਤੀ ਉਹਨੂੰ ਖੁਆ ਦਿੱਤੀ। ਰੋਟੀ ਖਾ ਕੇ ਉੱਠ ਖੜੋਤਾ, ਹੱਥ ਜੋੜ ਕੇ ਮੈਨੂੰ ਆਖਣ ਲੱਗਾ, ਜਮਾਦਾਰ ਜੀ ਲਓ ਹੁਣ ਛੁੱਟੀ ਦਿਓ, ਤੁਹਾਨੂੰ ਬੜੀ ਖੇਚਲ ਦਿੱਤੀ ਏ, ਵੱਡੇ ਵੇਲੇ ਆਵਾਂਗਾ। ਮੈਂ ਹੱਸ ਕੇ ਕਿਹਾ, ਬਾਬਾ ਜੀ ਬੈਠ ਜਾਓ, ਰਾਤੀ ਇੱਥੇ ਹੀ ਆਰਾਮ ਕਰੋ, ਵੱਡੇ ਵੇਲੇ ਮੁਲਾਕਾਤ ਕਰਾ ਦਿਆਂਗਾ, ਹੋ ਸਕਿਆ ਤਾਂ ਸਿਫਾਰਿਸ਼ ਵੀ ਕਰ ਦਿਆਂਗਾ। ਗੁਰੂ ਤੈਨੂੰ ਰਾਜ਼ੀ ਰੱਖੇ, ਕਹਿ ਕੇ ਉਹ ਖੜਾ ਹੀ ਆਖਣ ਲੱਗਾ, ਸਿਫਾਰਿਸ਼ ਕਰ ਦਿਓ ਤੇ ਹੋਰ ਕੀ ਚਾਹੀਦਾ। ਮੈਂ ਕਹਿੰਦਾ ਸਾਂ ਘੁੱਗੀ ਨੂੰ ਤੇ ਜ਼ਾਲਮਾਂ ਮੈਥੋਂ ਖੋਹ ਲਿਆ ਸੀ, ਹੁਣ ਮੈਨੂੰ ਛੇਕੜ ਦੇ 4 ਦਿਨ ਟਿੱਕ ਕੇ ਆਪਣੇ ਘਰ 'ਤੇ ਬੈਠਣ ਦੇਣ। ਮੇਰੀ ਜਨਮ ਭੂਮੀ, ਘਰ ਆਪਣਾ, ਭੋਏ ਆਪਣੀ, ਪਰ ਮੈਨੂੰ ਪਿੰਡ 'ਚ ਕੋਈ ਪੈਰ ਨਹੀਂ ਧਰਨ ਦਿੰਦਾ। ਮੈਨੂੰ ਵੱਡੇ ਵਡੇਰਿਆਂ ਦੀ ਧਰਤੀ 'ਤੇ ਮਰਨ ਵੀ ਨਹੀਂ ਦਿੰਦੇ। ਘੁੱਗੀ ਨੂੰ ਗੁਆ ਕੇ ਮੈਂ ਵਰਿਆਂ ਬੱਧੀ ਦੇਸਾਂ ਪਰਦੇਸਾਂ ਦੀ ਖੇਹ ਚਾਣਦਾ ਫਿਰਿਆ ਵਾਂ। ਅਖੀਰ ਇਹੋ ਸੋਚ ਕੇ ਚੱਲਿਆ ਆਇਆ ਭਈ ਹੋਰ ਨਹੀਂ ਤੇ ਮਰਾਂ ਤਾਂ ਪਿਓ ਦਾਦੇ ਦੀ ਧਰਤੀ 'ਤੇ। ਪਰ ਇੱਥੇ ਆ ਕੇ ਵੀ ਉਹੀਓ ਗੱਲ ਬਣੀ। ਅਖੇ ਮੂਸਾ ਭੱਜਿਆ, ਮੌਤ ਤੋਂ ਅੱਗੇ ਮੌਤ ਖੜੀ। ਮੈਨੂੰ ਕੋਈ ਲਾਗੇ ਨਹੀਂ ਛੋਹਣ ਦਿੰਦਾ। ਬੁੱਢੇ ਦੀਆਂ ਛੇਕੜਲੀਆਂ ਗੱਲਾਂ ਸੁਣ ਕੇ ਮੇਰਾ ਕਾਲਜਾ ਪਾਟਣ ਲੱਗਾ। ਮੈਂ ਪੁੱਛਿਆ, ਤੇ ਬਾਬਾ ਜੀ ਅੱਜ ਕੱਲ੍ਹ ਰਹਿੰਦੇ ਕਿੱਥੇ ਹੋ? ਉਹ ਬੋਲਿਆ, ਜਮਾਦਾਰ ਜੀ ਕੀ ਪੁੱਛਦੇ ਹੋ? ਜੇ ਦੱਸ ਦਿੱਤਾ ਤਾਂ ਤੁਸੀਂ ਵੀ ਮੈਨੂੰ ਹੁਣੇ ਧੱਕੇ ਮਾਰ ਕੇ ਕੱਢ ਦਿਓਗੇ। ਤੁਸੀਂ ਵੀ ਤੇ ਉਹਨਾਂ ਵਰਗੇ ਹੀ ਸਿੱਖ ਹੋ ਨਾ। ਮੈਂ ਪਿਆਰ ਨਾਲ ਉਹਦੇ ਪੈਰ ਛੋਹ ਕੇ ਕਿਹਾ, ਨਾ ਬਾਬਾ ਜੀ ਇਉਂ ਨਾ ਆਖੋ। ਮੈਂ ਤੇ ਕਹਿਣਾ ਵਾਂ ਤੁਸੀਂ ਕਿਤੇ ਵੀ ਨਾ ਜਾਓ, ਮੇਰੇ ਕੋਲ ਹੀ ਰਿਹਾ ਕਰੋ। ਮੈਂ ਪੁੱਛਿਆ ਵੀ ਅੱਜ ਕੱਲ੍ਹ ਕਿੱਥੇ ਰਹਿੰਦੇ ਹੋ? ਬਾਬਾ ਬੋਲਿਆ, ਰਹਿਣਾ ਵਾਂ ਮੈਂ ਉਹਨਾਂ ਲੋਕਾਂ ਦੀ ਟਹਿਲ ਸੇਵਾ 'ਚ ਜਿਨ੍ਹਾਂ ਦੀ ਟੁੱਟੀ ਹੋਈ ਛੰਨ 'ਚੋਂ ਮੈਨੂੰ ਲਾਲ ਲੱਭਾ ਸੀ। ਪਰ ਰਾਤ ਨੂੰ ਸੌਂਦਾ ਵਾਂ ਰੁੱਖਾਂ ਥੱਲੇ। ਜਿਹੜੇ ਵਿਚਾਰੇ ਆਪਣਾ ਢਿੱਡ ਨਹੀਂ ਭਰ ਸਕਦੇ, ਮੈਂ ਉਹਨਾਂ ਉੱਤੇ ਕੀਕਣ ਭਾਰੂ ਹੋਵਾਂ। ਇਸ ਕਰਕੇ ਕਹਿੰਦਾ ਸਾਂ ਮੇਰੀ ਘਰ ਭੋਏ ਮੈਨੂੰ ਮਿਲ ਜਾਂਦਾ ਤੇ ਟਿੱਕ ਕੇ ਬੈਠਦਾ, ਨਾਲੇ ਉਹਨਾਂ ਲੋਕਾਂ ਦੀ ਵੀ ਕੁਝ ਸੇਵਾ ਕਰ ਸਕਦਾ ਜਿਨ੍ਹਾਂ 'ਚੋਂ ਇੱਕ ਦਾ ਘਰ ਉਜਾੜ ਲਤਾੜ ਕੇ ਮੈਂ ਮਿੱਟੀ 'ਚ ਰਲਾ ਦਿੱਤਾ। ਖਬਰੇ ਉਸੇ ਮਾਈ ਦੀਆਂ ਬਦਅਸੀਸਾਂ ਦਾ ਸਦਕਾ ਮੈਂ ਇਹ ਤਸੀਹੇ ਪੇ ਭੋਗਣਾ ਵਾਂ। ਪੱਲੇ ਕੁਝ ਹੁੰਦਾ ਤਾਂ ਅਰਜ਼ੀ ਪਰਚਾ ਕਰਕੇ ਸ਼ਰੀਕਾਂ ਤੋਂ ਹੱਕ ਛੁਡਾਉਂਦਾ, ਪਰ ਕੀ ਕਰਾਂ, ਮੇਰੀ ਕੋਈ ਵਾਹ ਨਹੀਂ। ਪਿਛਲਾ ਜਿਹੜਾ ਸਾਹਬ ਬਦਲ ਗਿਆ ਹੈ, ਉਸ ਪਾਸ ਵੀ ਕਈ ਵੇਰਾਂ ਨੱਕ ਮੱਥਾ ਰਗੜਿਆ, ਪਰ ਕੌਣ ਸੁਣਦਾ ਗਰੀਬਾਂ ਦੀ। ਪਤਾ ਲੱਗਾ ਸੀ ਵੀ ਇਹ ਨਵਾਂ ਹਾਕਮ ਬੜਾ ਰਹਿਮ ਦਿਲ ਤੇ ਗਰੀਬਾਂ ਦਾ ਦਰਦੀ ਹੈ। ਮੈਂ ਆਖਿਆ, ਇੱਕ ਵੇਰਾਂ ਫੇਰ ਵਾਹ ਲਾ ਵੇਖਾਂ। ਸਾਡੀਆਂ ਗੱਲਾਂ ਅਜੇ ਹੋਈ ਰਹੀਆਂ ਸੀ ਕਿ ਛੌਲਦਾਰੀ ਦਾ ਪੱਲਾ ਚੁੱਕ ਕੇ ਬਹਿਰੇ ਨੇ ਆ ਸਿਰ ਕੱਢਿਆ। ਉਹਦੇ ਮੂੰਹ ਇਹ ਸੁਣ ਕੇ ਕਿ ਮੈਨੂੰ ਸਾਹਬ ਸੱਦਦਾ, ਮੈਨੂੰ ਡਾਢੀ ਖਿਝ ਆਈ। ਕੰਬਖਤ ਰਾਤ ਨੂੰ ਵੀ ਟਿਕਣ ਨਹੀਂ ਦਿੰਦਾ, ਪਰ ਮਜਬੂਰੀ ਸੀ, ਨਾ ਨੁੱਕਰ ਦੀ ਮਜਾਲ ਨਹੀਂ ਸੀ। ਬਾਬੇ ਨੂੰ ਸੁਆ ਕੇ ਮੈਂ ਬਹਿਰੇ ਨਾਲ ਸਾਹਬ ਦੇ ਤੰਬੂ ਵੱਲ ਚਲਾ ਗਿਆ। ਸਾਹਬ ਬੜੀ ਬੇਚੈਨੀ ਨਾਲ ਤੰਬੂ 'ਚ ਟਹਿਲ ਰਿਹਾ ਸੀ। ਮੈਂ ਝੁੱਕ ਕੇ ਸਲਾਮ ਕੀਤੀ। ਮੈਨੂੰ ਵੇਖ ਕੇ ਬੋਲਿਆ, ਵੈਲ ਕਿਸ਼ਨ ਸਿੰਘ, ਤੁਮਨੇ ਬਹੁਤ ਦੇਰ ਲਗਾ ਦਿਆ। ਮੈਂ ਡਰਦਿਆਂ ਕਿਹਾ, ਹਜ਼ੂਰ ਮੇਰਾ ਇੱਕ ਪ੍ਰਾਹੁਣਾ ਆ ਗਿਆ ਥਾ। ਉਹ ਹੱਥ
ਵਿਚਲੀ ਛੜੀ ਘੁਮਾਉਂਦਿਆਂ ਤੇ ਮੂੰਹ ਨਾਲ ਸੀਟੀ ਵਜਾਉਂਦਿਆਂ ਹੋਇਆ ਚੋਖਾ ਚਿਰ ਕੁਝ ਸੋਚਦਾ ਰਿਹਾ। ਫਿਰ ਮੇਰੇ ਨੇੜੇ ਆ ਕੇ ਕਹਿਣ ਲੱਗਾ, किशन सिंह, तुमको मालूम है हम इस गांव में क्यों आया? हजूर, दौरे ले? नहीं, हम इस गांव में एक आदमी का पता लगाने आया। पहले भी उसको ढूंढने का बहुत कोशिश किया मगर पता नहीं मिला, इसी वास्ते तुमको बुलाया। हजूर फरमाओ। वे इस गांव में पहले रहता था, अब नहीं है, मगर शायद किसी को उसका मालूम हो। हजूर, उसका नाम क्या है? नाम उसका सरदार चेत सिंह। कोई सरदार है? नहीं, एक गरीब बदबख्त किसान। ਕਹਿੰਦਿਆਂ ਸਾਹਿਬ ਦਾ ਚਿਹਰਾ ਗੰਭੀਰ ਹੋ ਗਿਆ। ਭਾਵੇਂ ਉਹ ਆਪ ਵੀ ਦੇਸੀ ਸੀ, ਪਰ ਕਿਸੇ ਹਿੰਦੁਸਤਾਨੀ ਦਾ ਨਾਂ ਇੰਨੇ ਪਿਆਰ ਤੇ ਅਦਬ ਭਰੇ ਲਹਿਜੇ 'ਚ ਲੈਂਦਿਆਂ ਮੈਂ ਉਹਨੂੰ ਇਹ ਤੋਂ ਪਹਿਲਾਂ ਕਦੇ ਨਹੀਂ ਸੀ ਡਿੱਠਾ। ਸਗੋਂ ਸਦਾ ਹੀ ਦੇਸੀ ਆਦਮੀਆਂ ਤੋਂ ਨਫ਼ਰਤ ਕਰਦਾ ਸੀ। ਕਾਹਲੀ ਨਾਲ ਪੁੱਛਿਆ, ਹਜ਼ੂਰ, ਉਹਦੀ ਉਮਰ ਕਿੰਨੀ ਹੋਊਗੀ? ਉਹ ਗੁੱਸੇ ਨਾਲ ਬੋਲਿਆ, ਉਸकी नहीं उनकी बोलो। उनकी उम्र इस वक्त कोई 60 बरस की होगी। अपनी ਵੱਧ ਰਹੀ ਖੁਦਖੁਦੀ ਨੂੰ ਰੋਕਦਿਆਂ ਹੋਇਆਂ ਮੈਂ ਕਿਹਾ, ਹਜ਼ੂਰ, मेरे परौने का नाम भी यही है, उसकी उम्र भी इतनी होगी। ਜ਼ੋਰ ਦੀ ਸਾਹ ਖਿੱਚ ਕੇ ਫਿਰ ਇੱਕਦਮ ਛੱਡ ਕੇ ਉਹ ਮੈਨੂੰ ਦੋਹਾਂ ਬਾਹਾਂ ਤੋਂ ਫੜ ਕੇ ਘੁੱਟਦਾ ਬੋਲਿਆ, ਕਿਆ ਬੋਲਾ? ਉਹ ਤੁਹਾਡੇ ਟੈਂਟ में है? हाँ ਹਜ਼ੂਰ। ਸਾਹਿਬ ਦੇ ਚਿਹਰੇ 'ਤੇ ਖੁਸ਼ੀ ਦੀ ਇੱਕ ਅਨੋਖੀ ਝਲਕ ਆ ਗਈ। ਉਹ ਛੇਤੀ ਛੇਤੀ ਇੱਧਰ ਉੱਧਰ ਫਿਰਦਾ ਹੋਇਆ ਮੇਰੇ ਪਾਸ ਆ ਕੇ ਖੜੋ ਗਿਆ। मेरे हत्थों ਨੂੰ ਆਪਣੇ ਦੋਹਾਂ ਹੱਥਾਂ 'ਚ ਘੁੱਟ ਕੇ ਬੋਲਿਆ, किशन सिंह, तुम सच बोलता है? उनके बाएं हाथ का अंगूठा थोड़ा टेढ़ा है। ये कह के वो बैठ गया तो मैनू भी बिठाता। बस वही हजूर, वही ਕਹਿ ਕੇ ਤੇ ਇਸ ਤੋਂ ਬਾਅਦ ਮੈਂ ਸਾਹਿਬ ਤੋਂ ਪੁੱਛਣ ਤੇ ਉਹਨੂੰ ਬੁੱਢੇ ਚੇਤ ਸਿੰਘ ਤੋਂ ਸੁਣੀ ਕਥਾ ਸੁਣਾਉਣੀ ਸ਼ੁਰੂ ਕੀਤੀ। ਸਾਹਿਬ ਬੁੱਤ ਬਣ ਕੇ ਸੁਣਦਾ ਰਿਹਾ। ਵਿੱਚ ਵਿੱਚ ਉਹਦੀਆਂ ਅੱਖਾਂ ਭਰ ਆਉਂਦੀਆਂ, ਕਦੇ ਕਦੇ ਉੱਠ ਕੇ ਟਹਿਲਣ ਲੱਗ ਪੈਂਦਾ। ਜਦ ਮੈਂ ਬੁੱਢੇ ਦਾ ਅੱਧਾ ਕੁ ਹਾਲ ਸੁਣਾ ਚੁੱਕਾ ਤਾਂ ਉਹਨੇ ਹੱਥ ਦੇ ਇਸ਼ਾਰੇ ਨਾਲ ਮੈਨੂੰ ਰੋਕਦਿਆਂ ਕਿਹਾ, ਬਸ किशन सिंह और नहीं सुन सकता, चलो हमको जल्दी उनके पास ले चलो। फिर कुछ देर ठहर के बोलिया, नहीं, वो बहुत कमज़ोर है, इस तरह मिलने से उनका हार्ट फेल हो जाएगा। ਚੋਖਾ ਚਿਰ ਉਹ ਦੰਦਾਂ 'ਚ ਉਂਗਲ ਪਾ ਕੇ ਸੋਚਦਾ ਰਿਹਾ। ਫਿਰ ਮੈਨੂੰ ਉਹਨੇ ਇੱਕ ਜੁਗਤ ਸਮਝਾਈ। ਮੈਂ ਘੁੱਟਵੇਂ ਬੁੱਲਾਂ 'ਚ ਹੱਸਦਾ ਹੋਇਆ ਸਲਾਮ ਕਰਕੇ ਬਾਹਰ ਨਿਕਲਿਆ। ਤੰਬੂ ਦੇ ਅੰਦਰ ਆ ਕੇ ਡਿੱਠਾ। ਲੰਪ ਉੱਚੀ ਕਰਕੇ ਬਾਬਾ ਫੇਰ ਉਹੀ ਦੰਦ ਤਲੀ 'ਤੇ ਧਰ ਕੇ ਵੇਖ ਰਿਹਾ ਸੀ। ਅੰਦਰ ਵੜਦਿਆਂ ਮੈਂ ਉਹਨੂੰ ਹੱਸਦਿਆਂ ਕਿਹਾ, ਬਾਬਾ ਜੀ, ਤੁਹਾਨੂੰ ਖੁਸ਼ਖਬਰੀ ਸੁਣਾਵਾਂ? ਉਹ ਸਹਿਕਵੀਂ ਨਜ਼ਰ ਨਾਲ ਮੇਰੇ ਵੱਲ ਤੱਕ ਕੇ ਬੋਲਿਆ, ਕੀ ਸਾਹਿਬ ਨੇ ਮੇਰੀ ਸਿਫਾਰਿਸ਼ ਮੰਨ ਲਈ ਹੈ? ਮੈਂ ਆਪਣੇ ਭਾਵ ਨੂੰ ਰੋਕਦਿਆਂ ਹੋਇਆਂ ਉਹਨੂੰ ਕਿਹਾ, ਇਹ ਤੇ ਮਾਮੂਲੀ ਜਿਹੀ ਗੱਲ ਹੈ, ਇਦੋਂ ਵੀ ਵੱਡੀ ਖੁਸ਼ਖਬਰੀ। ਮੂੰਹ 'ਤੇ ਅੱਖਾਂ ਟੱਡੀ ਉਹ ਝੋਲੇ ਮਾਰੇ ਆਦਮੀ ਵਾਂਗ ਅਗਾਂਹ ਸਿਰ ਕਰਦਾ ਬੋਲਿਆ, ਹੋਰ ਖੁਸ਼ਖਬਰੀ? ਕੀ? ਬਾਬਾ ਜੀ, ਮੈਨੂੰ ਕਿਸ ਤੋਂ ਪਤਾ ਲੱਗਿਆ ਤੁਹਾਡਾ ਘੁੱਗੀ ਜਿਉਂਦਾ ਹੈ ਕਹਿ ਕੇ ਤੇ ਨਾਲ ਹੀ ਉੱਠ ਕੇ ਖੜਾ ਹੋ ਗਿਆ। ਕੰਬਦੀਆਂ ਦੋਵੇਂ ਬਾਹਾਂ ਮੇਰੇ ਵੱਲ ਵਧਾ ਕੇ ਬੋਲਿਆ, ਕੀ ਕਿਹਾ? ਮੇਰਾ ਘੁੱਗੀ ਜਿਉਂਦਾ? ਜਮਾਦਾਰਾ, ਵਾਸਤਾ ਰੱਬ ਦਾ, ਦੁਖੀਏ ਨਾਲ ਮੁਖਾਲ ਨਾ ਕਰ। ਮੁਖਾਲ ਨਹੀਂ ਬਾਬਾ ਜੀ, ਸੱਚੀ ਗੱਲ ਹੈ। ਸੱਚ? ਆਹੋ। ਕਿਸੇ ਡਿੱਠਾ ਸੀ ਉਹਨੂੰ? ਆਹੋ, ਮੇਰੇ ਇੱਕ ਦੋਸਤ ਨੇ। ਹਲਾ ਕਹਿ ਕੇ ਉਹ ਆਪ ਮੁਹਾਰਾ ਬਾਹਰ ਵੱਲ ਭੱਜ ਤੁਰਿਆ ਤੇ ਮੇਰਾ ਕੁੜਤਾ ਖਿੱਚ ਕੇ ਆਖਣ ਲੱਗਾ, ਜੇ ਉਹ ਜਾਣਨਾ ਜਮਾਦਾਰਾ, ਉਹ ਬੰਦਾ ਮੈਨੂੰ ਮਿਲਾ, ਮੈਂ ਤੇਰਾ ਮੂੰਹ ਖੰਡ ਨਾਲ ਭਰਾਂਗਾ। ਉਹ ਕੰਬ ਰਿਹਾ ਸੀ ਤੇ ਮੈਨੂੰ ਡਰ ਸੀ ਕਿਤੇ ਡਿੱਗ ਨਾ ਪਵੇ। ਮੈਂ ਉਹਨੂੰ ਬਾਹੋਂ ਫੜ ਕੇ ਬਿਠਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ, ਜਾਣ ਦੀ ਲੋੜ ਨਹੀਂ, ਉਹ ਹੁਣੇ ਇੱਥੇ ਆ ਜਾਏਗਾ, ਮੈਂ ਉਹਨੂੰ ਕਹਿ ਆਇਆ ਵਾਂ। ਤੇਰੇ ਬੱਚੇ ਜਿਉਣ ਕਹਿ ਕੇ ਬੁੱਢਾ ਫਿਰ ਆਪਣੀ ਥਾਂ 'ਤੇ ਬੈਠ ਗਿਆ। ਲੱਗਾ ਇੱਕੋ ਸਾਹ ਮੇਰੇ 'ਤੇ ਦਬਾ ਦਬ ਸਵਾਲ ਕਰਨ। ਮੈਂ ਜਿਉਂ ਦੀ ਘਬਰਾਹਟ ਦੂਰ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹ ਪਾਗਲ ਹੁੰਦਾ ਜਾਂਦਾ। ਘੰਟਾ ਕੁ ਬੀਤ ਗਿਆ। ਇਸ ਵੇਲੇ ਬਾਹਰੋਂ ਕਿਸੇ ਨੇ ਆਵਾਜ਼ ਦਿੱਤੀ, किशन सिंह, ਉਹ ਆਇਆ ਹੀ ਬਾਬੇ ਦਾ ਜਿਹੜਾ ਤੂੰ ਕਹਿੰਦਾ ਸੈਂ। ਗੱਲ ਸੁਣਦਿਆਂ ਹੀ ਬਾਬਾ ਉੱਠ ਕੇ ਬਾਹਰ ਨੱਸਣ ਲੱਗਾ, ਪਰ ਉਸੇ ਵੇਲੇ ਛੌਲਦਾਰੀ ਦਾ ਪੱਲਾ ਉੱਠਿਆ। ਇੱਕ ਗੋਲ ਚਿਹਰੇ, ਮੋਟੀਆਂ ਅੱਖਾਂ ਤੇ ਭਰਵੇਂ ਕੱਦ ਦਾ ਗੱਭਰੂ ਸਾਦੇ ਕੱਪੜੇ ਪਾਈ ਅੰਦਰ ਆਇਆ। ਮੈਂ ਅਦਬ ਨਾਲ ਉੱਠ ਕੇ ਖੜੋ ਗਿਆ। ਬਾਬੇ ਨੇ ਉਸ ਵੱਲ ਤੱਕਿਆ ਤੇ ਉਸ ਨੇ ਬਾਬੇ ਵੱਲ। ਅੱਖ ਦੇ ਫੋਰ 'ਚ ਇੱਕ ਦੂਜੇ ਦੀ ਛਾਤੀ ਨਾਲ ਸਨ। ਇਸ ਤੋਂ ਬਾਅਦ ਕੀ ਹੋਇਆ ਮੈਨੂੰ ਪਤਾ ਨਹੀਂ, ਕਿਉਂਕਿ ਮੈਥੋਂ ਉਸ ਵੇਲੇ ਦਾ ਨਜ਼ਾਰਾ ਵੇਖਿਆ ਨਾ ਗਿਆ। ਝੱਟ ਹੀ ਮੈਂ ਬਾਹਰ ਨਿਕਲ ਗਿਆ ਸਾਂ। ਥੋੜ੍ਹੇ ਚਿਰ ਪਿੱਛੋਂ ਜਦ ਮੈਂ ਮੁੜ ਕੇ ਛੌਲਦਾਰੀ 'ਚ ਆਇਆ ਤਾਂ ਦੋਵਾਂ 'ਚੋਂ ਕੋਈ ਵੀ ਉੱਥੇ ਨਹੀਂ ਸੀ। ਦੂਜੇ ਦਿਨ ਸਾਹਿਬ ਨੇ ਕੋਈ ਮੁਕੱਦਮਾ ਨਾ ਸੁਣਿਆ। ਸਭ ਨੂੰ ਅਗਲੇ ਦਿਨ ਦੀ ਤਾਰੀਖ ਮਿਲ ਗਈ। ਰਾਤ ਨੂੰ ਜਦ ਮੈਂ ਰੋਟੀ ਰਾਟੀ ਖਾ ਕੇ ਸੌਣ ਲੱਗਾ ਤਾਂ ਇੱਕ ਬੁੱਢਾ ਸਰਦਾਰ ਬੜੀ ਅਮੀਰੀ ਠਾਠ 'ਚ ਮੇਰੇ ਤੰਬੂ 'ਚ ਆਇਆ। ਇਹ ਉਹੀ ਬਾਬਾ ਚੇਤ ਸਿੰਘ ਸੀ। ਆਉਂਦਾ ਹੀ ਮੇਰੇ ਪੈਰਾਂ 'ਤੇ ਡਿੱਗਣ ਲੱਗਾ, ਪਰ ਮੈਂ ਜ਼ੋਰ ਵਾਲਾ ਸਾਂ। ਉਹਨੂੰ ਰੋਕ ਕੇ ਸਗੋਂ ਉਲਟੇ ਉਸੇ ਦੇ ਪੈਰ ਫੜ ਲਏ। ਹੋਰ ਤਾਂ ਸਭ ਕੁਝ ਮੇਰੀ ਸਮਝ 'ਚ ਆ ਗਿਆ ਸੀ, ਪਰ ਇੱਕ ਗੱਲ ਦੀ ਸਮਝ ਨਹੀਂ ਸੀ ਆਈ ਕਿ ਉਹਦਾ ਘੁੱਗੀ, ਇਸ ਵੇਲੇ ਉਹਦਾ ਨਾਮ ਮਿਸਟਰ ਬਰਡ ਸੀ, ਘਰੋਂ ਨੱਸਿਆ ਕਿਸ ਤਰ੍ਹਾਂ ਤੇ ਏਡੇ ਵੱਡੇ ਅਹੁਦੇ 'ਤੇ ਕੀਕਣ ਪਹੁੰਚ ਗਿਆ। ਨਾਲੇ ਇੰਨਾ ਚਿਰ ਉਹਨੇ ਵਿਚਾਰੇ ਬੁੱਢੇ ਦੀ ਖਬਰ ਸਾਰ ਕਿਉਂ ਨਾ ਲਈ। ਅਖੀਰ ਸਰਦਾਰ ਚੇਤ ਸਿੰਘ ਹੋਰਾਂ ਦੀ ਜ਼ੁਬਾਨੀ ਪਤਾ ਲੱਗਾ ਕਿ ਘਰੋਂ ਉਦਾਸ ਹੋ ਕੇ ਉਹ ਜਿਸ ਦਿਨ ਸਕੂਲੇ ਗਿਆ ਸੀ ਉਹਦੀ ਸਲਾਹ ਮੁੜ ਘਰ ਆਉਣ ਦੀ ਨਹੀਂ ਸੀ। ਸਬੱਬ ਨਾਲ ਉਸੇ ਦਿਨ ਉਹਦਾ ਟੱਕਰਾ ਈਸਾਈ ਪ੍ਰਚਾਰਕ ਨਾਲ ਹੋ ਗਿਆ।
ਉਹਨਾਂ ਨਾਲ ਹੀ ਚਲਾ ਗਿਆ। ਉਹਨਾਂ ਦੀ ਪਰਵਰਿਸ਼ 'ਤੇ ਹਮਦਰਦੀ ਦਾ ਸਿੱਟਾ ਸੀ ਕਿ ਉਹ ਇਸ ਵੇਲੇ ਮਾਲ ਅਫਸਰ ਬਣਿਆ ਹੋਇਆ ਹੈ। ਚੇਤ ਸਿੰਘ ਨੂੰ ਢੂੰਡਣ ਦੀ ਉਹਨੇ ਬੇਓੜਕ ਕੋਸ਼ਿਸ਼ ਕੀਤੀ, ਪਰ ਉਹਨੂੰ ਕੋਈ ਪਤਾ ਨਾ ਲੱਗਾ। ਆਖਿਰ ਇਹ ਸੋਚ ਕੇ ਕਿ ਮਤਾਂ ਪਿੱਛੋਂ ਜਾਂ ਲਾਗਪਾਸ ਦੇ ਇਲਾਕੇ 'ਚੋਂ ਪਤਾ ਚੱਲੇ, ਉਹਨੇ ਫਿਲੌਰੋਂ ਇਸ ਜ਼ਿਲ੍ਹੇ 'ਚ ਬਦਲੀ ਕਰਵਾਈ ਸੀ। ਇਸ ਗੱਲ ਨੂੰ 2 ਵਰ੍ਹੇ ਬੀਤ ਗਏ ਨੇ, ਪਰ ਹੁਣ ਤੱਕ ਬੁੱਢੇ ਸਰਦਾਰ ਦਾ ਪ੍ਰੇਮ ਮੇਰੇ ਨਾਲ ਉਹੋ ਜਿਹਾ ਹੈ। ਅੱਜ ਦੁਪਹਿਰੇ ਜਦੋਂ ਮੇਰੀ ਬਾਂਹ ਨੂੰ ਆਪਣੀ ਬਾਂਹ ਹੇਠ ਦੱਬ ਕੇ ਘਰ ਦੇ ਬੰਦਿਆਂ ਵਾਂਗ ਮੇਰੇ ਨਾਲ ਹੱਸ-ਹੱਸ ਕੇ ਗੱਲਾਂ ਕਰ ਰਿਹਾ ਸੀ ਤਾਂ ਪਾਸ ਖੜੋਤੇ ਪਿੰਡ ਦੇ ਬਹੁਤ ਸਾਰੇ ਸਾਊਆਂ ਦੇ ਮੂੰਹਾਂ 'ਚੋਂ ਲਾਲਾਂ ਟਪਕ ਰਹੀਆਂ ਸਨ। ਉਹ ਜਿੱਥੇ ਸਾਡੇ ਦੋਹਾਂ ਦੇ ਭਾਗਾਂ ਨੂੰ ਸਲਾਹ ਰਹੇ ਸਨ, ਉੱਥੇ ਆਪਣੇ ਕਰਮਾਂ ਨੂੰ ਇਸ ਲਈ ਝੂਰਦੇ ਸਨ ਕਿ ਕਾਸ਼ ਉਹ ਵੀ ਕਿਸੇ ਮਾਲ ਅਫਸਰ ਦੇ ਪਿਓ ਹੁੰਦੇ, ਜਾਂ ਹੋਰ ਨਹੀਂ ਤਾਂ ਉਹਨਾਂ ਨੂੰ ਮਾਲ ਅਫਸਰ ਦੇ ਪਿਓ ਨਾਲ ਹੱਥ ਮਿਲਾਉਣ ਦਾ ਹੀ ਸੁਭਾਗ ਮਿਲ ਜਾਂਦਾ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ਬੁੱਢਾ ਕਿੰਨਾ ਲੰਮਾ ਪੈਂਡਾ ਕੱਟ ਕੇ ਇੱਥੇ ਤੱਕ ਪੁੱਜਾ ਹੈ। ਧੰਨਵਾਦ। ਸਮਾਪਤ।